ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 12ਵਾਂ। ਕਟ ਕਟ ਮੈਂ ਹਰਿ ਜੂ ਵਸੈ ਸੰਤਨ ਕਹਿਓ ਪੁਕਾਰ। ਕਉ ਨਾਨਕ ਤਹਿ ਭਜ ਮਨਾ ਪਹੁ ਨਿਧਿ ਉਤਰੇ ਪਾਰ। ਸਤਿਗੁਰੂ ਸਮਝਾਉਂਦੇ ਆ, ਘਟ ਘਟ ਮੇ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਕਹੋ ਨਾਨਕ ਤਹਿ ਭਜ ਮਨਾ ਭਉ ਨਿਧ ਉਤਰੇ ਪਾਰ। ਭਉ ਨਿਧ ਭਾਵ ਭਉ ਸਾਗਰ, ਇਹ ਸੰਸਾਰ ਸਾਗਰ ਅਸੀਂ ਆਪਦੀ ਮੱਤ ਨਾਲ ਨਹੀਂ ਪਾਰ ਕਰ ਸਕਦੇ। ਇੱਥੇ ਅਸੀਂ ਗੁਰ ਕੀ ਮੱਤ ਲੈਣੀ ਹੈ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਗੁਰ ਕੀ ਮੱਤ ਤੂੰ ਲਿਹੋ ਆਣੇ ਭਗਤੀ ਬਿਨਾ ਵੈ ਡੂਬੇ ਸਿਆਣੇ। ਇਹ ਗੁਰ ਕੀ ਮੱਤ ਤੋਂ ਹੀ ਸਾਰੀ ਆਪਾਂ ਨੂੰ ਖੇਲ ਸਮਝ ਆਉਣੀ ਹੈ। ਆਪਣੀ ਮੱਤ ਦਾ ਤਿਆਗ ਹੋਣਾ, ਇਹੀ ਤਿਆਗ ਕਰਨਾ, ਇਹੀ ਭਗਤੀ ਹੈ। ਇਹੀ ਤਾਂ ਭਗਤੀ ਕਰਨੀ ਹੈ। ਇਹ ਪਰ ਆਪਾਂ ਭਗਤੀ ਕਿਵੇਂ ਕਰਾਂਗੇ? ਆਪਾਂ ਨੂੰ ਸੱਚ ਦਾ ਗਿਆਨ ਹੀ ਨਹੀਂ ਹੈਗਾ। ਜਦੋਂ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ ਫਿਰ ਸਾਡੇ 'ਤੇ ਕਿਰਪਾ ਰਹਿਮਤ ਹੋਊ, ਸਾਨੂੰ ਗਿਆਨ ਹੋਊਗਾ। ਗਿਆਨ ਤੋਂ ਬਾਅਦ ਸਾਡੀ ਭਗਤੀ ਸ਼ੁਰੂ ਹੋਣੀ ਆ। ਗੁਰ ਬਿਨ ਗਿਆਨ ਨਾ ਹੋਈ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਈ। ਗਿਆਨ ਤੋਂ ਬਿਨਾਂ ਭਾਈ ਮਨ ਨੇ ਟਿਕਣਾ ਨਹੀਂ। ਮਨ ਟਿਕੇ ਤੋਂ ਬਿਨਾਂ ਇਹ ਸਾਰੀ ਖੇਲ ਸਮਝ ਨਹੀਂ ਆਉਣੀ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈ ਲੈਂਦੇ ਹਾਂ। ਕਬੀਰ ਮਨ ਪੰਖੀ ਪਿਓ ਦਹਿਦ ਸੁੱਟ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਫਲ ਖਾਏ। ਭਗਤ ਕਬੀਰ ਜੀ ਕਹਿੰਦੇ ਇਹ ਮਨ ਟਿਕਦਾ ਨਹੀਂ ਭਾਈ, ਉੱਡਦਾ ਫਿਰਦਾ ਹੈ। ਪਿਛਲੇ ਆਪਾਂ ਪ੍ਰਚਲਿਤ ਮੱਤਾਂ ਤੋਂ ਇਹ ਪਤਾ ਲੱਗਦਾ ਵਾ ਵੀ ਅਸੀਂ ਉੱਡ ਜਾਂਦੇ ਹਾਂ। ਬਹੁਤ ਲੋਕਾਂ ਨੇ, ਬਹੁਤ ਧਰਮਾਂ ਨੇ ਝੂਠ ਬੋਲੇ ਆ। ਇਹ ਤਾਂ ਪਹਿਲਾਂ ਹੀ ਉੱਡਦਾ ਫਿਰਦਾ, ਇਹਨੂੰ ਤਾਂ ਬਿਠਾਉਣਾ ਵਾ। ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਕਾਜ ਤਾਂ ਇਹਦਾ ਉਦਣ ਹੀ ਸ਼ੁਰੂ ਹੋਣਾ ਹੈ। ਆਤਮਾ ਅਤੇ ਪ੍ਰਾਤਮਾ ਦਾ ਮਿਲਾਪ। ਆਤਮਾ ਭਟਕਦੀ ਫਿਰਦੀ ਹੈ, ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ। ਉਸ ਤੋਂ ਬਾਅਦ ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਫਿਰ ਕੁਦਰਤ ਦਾ ਦਰਸ਼ਨ ਹੋਣਾ, ਸਾਨੂੰ ਹੁਕਮ ਦਾ। ਅਸੀਂ ਤਾਂ ਸਿੱਧਾ ਹੀ ਦਰਸ਼ਨ ਭਾਲਦੇ ਹਾਂ। ਇਸ ਕਰਕੇ ਸਾਡਾ ਸੰਸਾਰ 'ਤੇ ਆਉਣਾ ਸਫਲ ਨਹੀਂ ਹੁੰਦਾ, ਨਿਸਫਲ ਹੋ ਜਾਂਦਾ ਵਾ। ਕਿਸ ਕਾਰਨ ਤੁਮ ਜਾਗਾ ਏ ਭਾਈ, ਜੱਗ ਸਾਡਾ ਆਉਣ ਦਾ ਕੀ ਕਾਰਨ ਹੈ? ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਹੁਣ ਇਹ ਸੰਸਾਰ 'ਚ ਅਸੀਂ ਕਿਵੇਂ ਨਿਕਲਣਾ ਬਚ ਕੇ, ਕਿਵੇਂ ਸੰਸਾਰ ਪਾਰ ਕਰਨਾ? ਇਹ ਤਾਂ ਗੁਰਾਂ ਕੀ ਮੱਤ ਲੈਣੀ ਪਊ ਸਾਨੂੰ। ਗੁਰੂ ਭਗਤਾਂ ਦਰਸਾਏ ਰਾਹ 'ਤੇ ਆਪਾਂ ਨੂੰ ਚੱਲਣਾ ਪਊ, ਫੇਰ ਹੀ ਪਾਰ ਨਿਕਲਾਂਗੇ। ਆਪਣੀ ਮੱਤ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ ਆਸਾ ਦੀ ਵਾਰ ਦੇ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਰਮ ਕਿਰਪਾ ਲੈਣੀ ਹੈ। ਜਿੰਨੀਆਂ ਸੰਸਾਰ ਦੀਆਂ ਮੱਤਾਂ, ਵੱਡੇ ਵੱਡੇ ਪੀਰ ਪੈਗੰਬਰ ਆਪਦੇ ਆਪ ਪੈਦਾ ਹੋਏ ਨੇ, ਵੱਡੇ ਧਰਮ ਗੁਰੂ ਬਣੇ ਨੇ, ਉਹ ਸੰਸਾਰ ਤੱਕ ਹੀ ਸੀਮਿਤ ਨੇ, ਅੱਗੇ ਨਹੀਂ ਜਾ ਸਕਦੇ। ਗੁਰਬਾਣੀ ਸਾਨੂੰ ਅੱਗੇ ਦਾ ਗਿਆਨ ਕਰਾਉਂਦੀ ਹੈ। ਜਿੱਥੋਂ ਆਤਮਾ ਟੁੱਟ ਕੇ ਆਈ ਆਪਦੇ ਮੂਲ ਨੂੰ, ਹਰ ਵਿਸਰਤ ਸਦਾ ਖੁਆਰੀ। ਉਹੀ ਸਤਿਗੁਰੂ ਸਮਝਾਉਂਦੇ ਨੇ ਕਿ ਘਟ ਘਟ ਮੈਂ ਹਰ ਜੂ ਵਸੇ। ਭਾਈ ਬਾਹਰ ਕਿੱਥੇ ਭਾਲਦਾ ਹਰ ਨੂੰ? ਹਰ ਤਾਂ ਤੇਰੇ ਅੰਦਰ ਹੈ। ਉਹਦੀ ਕਿਰਪਾ ਨਾਲ ਤੇਰਾ ਸਾਹ ਚੱਲਦਾ। ਸਾਨੂੰ ਬਾਣੀ ਦਿਵ ਦ੍ਰਿਸ਼ਟੀ ਦਿੰਦੀ ਹੈ, ਗਿਆਨ, ਜਿਹਦੇ ਨਾਲ ਸਾਨੂੰ ਹਰ ਦਾ ਦਰਸ਼ਨ ਹੋਣਾ। ਬਾਣੀ ਹਰ ਦਰਸ਼ਨ ਹੈ, ਹਰ ਦਰਸ਼ਨ ਕਰਾਉਂਦੀ ਹੈ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਤਾਂ ਬਹੁਤ ਦੂਰ ਦੀ ਗੱਲ ਹੈ। ਹਰ ਦੀ ਕਥਾ ਸੁਣਦੇ ਸੁਣਦੇ ਸਾਰੇ ਦੁੱਖਾਂ ਤੋਂ ਸਾਡਾ ਛੁਟਕਾਰਾ ਹੋ ਜਾਂਦਾ। ਸਤਿਗੁਰਾਂ ਦੇ ਵਚਨ ਲੈ ਲਓ, ਜਪਜੀ ਸਾਹਿਬ ਦੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਹ ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਬਾਣੀ ਸੁੱਖ ਸਾਗਰ 'ਚ ਲੈ ਜਾਂਦੀ ਹੈ, ਸਹਿਜ ਦੁਨੀਆ 'ਚ ਲੈ ਲੈਂਦੀ ਆ। ਉਹ ਸਹਿਜ ਕੀ ਕਥਾ ਜਿਹੜੀ ਹੈਗੀ ਹੈ ਉਹ ਨਿਰਾਰੀ ਹੈ, ਸੰਸਾਰ ਤੋਂ ਵੱਖਰੀ ਹੈ। ਸੰਸਾਰ 'ਚ ਨਹੀਂ ਹੁੰਦੀ। ਕੋਈ ਗੁਰਸਿੱਖ ਕਮਾਈ ਕਰਕੇ ਪੌੜੀਆਂ ਚੜ੍ਹਦੇ ਨੇ, ਫਿਰ ਸੰਸਾਰ ਨੂੰ ਸਮਝਾਉਂਦੇ ਨੇ। ਉਹੀ ਤਾਂ ਸੇਵਾ ਸਭ ਤੋਂ ਵੱਡੀ ਹੈ। ਗੁਰਸੇਵਾ ਪ੍ਰਧਾਨ ਹੈ, ਸੇਵਕ ਸੂਰ ਹੈ। ਉਹੀ ਆਪਾਂ ਪਹਿਲਾਂ ਪ੍ਰਾਪਤੀ ਕਰਨੀ, ਆਪ ਜਪੇ ਅਵਰੇ ਨਾਮ ਜਪਾਵੇ, ਫਿਰ ਅੱਗੇ ਸਮਝਾਉਣਾ ਸਭ ਤੋਂ ਵੱਡੀ ਸੇਵਾ ਹੈ। ਦਰਗਾਹ 'ਚ ਹੀ ਪ੍ਰਵਾਨ ਹੈ। ਜਿੰਨੇ ਤੀਰਥ ਨੇ ਸਾਡੇ ਸਾਰੇ, ਉਹ ਆਤਮਾ ਕਰਕੇ ਸਮਝਾਏ ਗਏ ਨੇ। ਤੀਰਥ ਕੀ ਹੈ, ਅਵਸਥਾ ਕੀ ਨੇ, ਯੁੱਗ ਕੀ ਨੇ, ਸਾਡਾ ਕਿਵੇਂ ਛੁਟਕਾਰਾ ਹੋਊ, ਕਾਲ ਕੀ ਹੈ, ਆਤਮਾ ਦੇ ਰਿਸ਼ਤੇ ਕੀ ਨੇ। ਸੰਸਾਰੀ ਤਾਂ ਸਾਨੂੰ ਪਤਾ ਹੀ ਹੈ। ਬਾਣੀ ਸਾਨੂੰ ਨਿਰਾਕਾਰ ਦੁਨੀਆ ਦਾ ਗਿਆਨ ਕਰਾਉਂਦੀ ਹੈ। ਸਿੱਧੇ ਤੌਰ 'ਤੇ ਨਹੀਂ ਸਮਝਾਇਆ ਜਾਂਦਾ। ਪ੍ਰਮਾਣ ਦੇ ਦੇ ਕੇ ਸਾਨੂੰ ਗੁਰਬਾਣੀ ਨੇ ਅਨੇਕਾਂ ਉਪਦੇਸ਼ ਦਿੱਤੇ। ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਆਪਾਂ ਉਹ ਰਹਿਮਤ ਲੈਣੀ ਹੈ, ਕਿਰਪਾ ਲੈਣੀ ਹੈ ਦਾਤੇ ਦੀ। ਜਿੰਨੀਆਂ ਮੱਤਾਂ ਸਤਿਗੁਰ ਸਮਝਾਉਂਦੇ ਨੇ ਆਸਾ ਦੀ ਵਾਰ 'ਚ, ਜਿੰਨੀਆਂ ਮੱਤਾਂ ਪੈਦਾ ਹੋਈਆਂ ਨੇ, ਕਿੱਡਾ ਵੀ ਵੱਡਾ ਸੰਸਾਰ 'ਚ ਹੋ ਜਾਵੇ, ਆਪਾਂ ਸਤਿਗੁਰਾਂ ਦੇ ਵਚਨ ਦੇ ਨਾਲ ਹੀ ਗੱਲ ਕਰਨੀ। ਵਚਨ ਤੋਂ ਬਾਹਰ ਆਪਾਂ ਜਾਣਾ ਹੀ ਨਹੀਂ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਤਿਗੁਰ ਸਮਝਾਉਂਦੇ ਨੇ ਕਿੱਡਾ ਵੀ ਕੋਈ ਸਿਆਣਾ ਬਣ ਜਾਵੇ, ਇੱਕ ਨਹੀਂ ਨਾਲ ਜਾਂਦੀ ਜਦੋਂ ਕਾਲ ਆਉਂਦਾ। ਆਪਾਂ ਭਗਤ ਕਬੀਰ ਜੀ ਦਾ ਵੀ ਸ਼ਲੋਕ ਲੈਂਦੇ ਹਾਂ ਨਾਲ।
ਰਾਜਾ ਪਰਜਾ ਸਭ ਕਰ ਮਾਰੇ ਐਸੋ ਕਾਲ ਬਡਾਨੀ ਰੇ। ਕਾਲ ਭਾਈ ਕਿਸੇ ਨੂੰ ਨਹੀਂ ਛੱਡਦਾ, ਰਾਜਾ ਹੋਵੇ ਚਾਹੇ ਰਾਜੇ ਤੋਂ ਵੱਡੀ ਬੁੱਧੀ ਫਿਰ ਕਿਹਦੀ ਹੈ। ਧਰਮ ਗੁਰੂ ਦੇਖ ਲੈਣੇ ਆਪਾਂ ਸੰਸਾਰ ਦੇ ਵਿੱਚ ਅੱਜ ਕੀ ਹਾਲ ਹੋ ਰਿਹਾ, ਸਾਰਾ ਸੰਸਾਰ ਭੈ ਪੀਤ ਹੈ। ਆਓ ਜੇ ਅਸੀਂ ਆਪਣਾ ਜੀਵਨ ਸੁਧਾਰਨਾ ਵਾ ਤਾਂ ਸੱਚ ਨਾਲ ਸਾਨੂੰ ਜੁੜਨਾ ਪਊਗਾ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਨਾਨਕ ਸੱਚ ਸਵਾਰਨ ਹਾਰਾ। ਸੱਚ ਦੇ ਨਾਮ ਨਾਲ ਜਿਹੜਾ ਹੈਗਾ ਗਿਆਨ ਨਾਲ ਸਾਡਾ ਜਿਹੜੀ ਮਲੀਨਤਾ ਖਤਮ ਹੋ ਜਾਂਦੀ ਹੈ, ਆਤਮਾ ਸ਼ੁੱਧ ਹੋ ਜਾਂਦੀ ਹੈ। ਸ਼ੁੱਧ ਆਤਮਾ ਪ੍ਰਾਤਮਾ 'ਚ ਲੈ ਹੁੰਦੀ ਹੈ। ਪਰ ਅਸੀਂ ਸਰੀਰ ਕਰਕੇ ਧਰਮ ਕਰਮ ਜੋ ਕਰਦੇ ਹਾਂ ਉਹ ਤਾਂ ਹੰਕਾਰ ਹੀ ਪੈਦਾ ਕਰਦੇ ਨੇ, ਉਹ 'ਚ ਕੋਈ ਆਤਮ ਗਿਆਨ ਨਹੀਂ ਹੁੰਦਾ। ਆਤਮ ਗਿਆਨ ਤਾਂ ਗੁਰ ਸ਼ਬਦ ਦੇ ਜੁੜਨ ਤੋਂ ਬਾਅਦ ਸ਼ੁਰੂ ਹੋਊਗਾ। ਮਨੁੱਖਾ ਦੇਹੀ ਮਿਲੀਏ ਸਾਨੂੰ ਆਤਮਾ ਦਾ ਜਿਹੜਾ ਪ੍ਰਾਤਮਾ ਦਾ ਦਰਸ਼ਨ ਕਰਨ ਖਾਤਰ, ਉਹੀ ਤਾਂ ਅਸੀਂ ਗਿਆਨ ਲੈਣਾ ਸਤਿਗੁਰਾਂ ਤੋਂ। ਪਰ ਅਸੀਂ ਤਾਂ ਗੁਰਾਂ ਨੂੰ ਹੀ ਉਪਦੇਸ਼ ਕਰਨ ਲੱਗੇ, ਫਿਰ ਕਿਵੇਂ ਪਾਰ ਕਰਾਂਗੇ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਰਮ ਕਿਰਪਾ ਲੈਣੀ ਹੈ, ਸੱਚ ਦਾ ਰੰਗ ਚੜੂਗਾ। ਇਹੀ ਤਾਂ ਨਿਸ਼ਾਨੀ ਉਹਦੇ ਗੁਰਸਿੱਖ ਦੇ ਉਹਦੇ ਕਿਰਦਾਰ 'ਚੋਂ ਪੜ੍ਹੀ ਜਾਊਗੀ ਜਦੋਂ ਦੀ ਰਹਿਮਤ ਹੋਊਗੀ। ਹਰ ਕਾ ਭਗਤ ਪ੍ਰਗਟੇ ਨਾ ਸੱਪੇ। ਗੁਰਬਾਣੀ ਦੇ ਵਿੱਚ ਸੱਚ ਦਾ ਗਿਆਨ, ਕਾਲ ਤੋਂ ਮੁਕਤੀ, ਜੋ ਵੀ ਇਹ ਪ੍ਰਾਪਤੀ ਕਰੂਗਾ, ਜੋ ਵੀ ਗੁਰ ਭਗਤਾਂ ਦੇ ਦਸਾਏ ਰਾਹ 'ਤੇ ਚੱਲੂਗਾ, ਬੇਨਤੀ ਕਰੂਗਾ, ਉਹਦਾ ਛੁਟਕਾਰਾ ਹੋਊਗਾ। ਆਓ ਸਾਰੇ ਮਿਲ ਕੇ ਆਪਾਂ ਸਤਿਗੁਰਾਂ ਦੇ ਬਚਨਾਂ ਨੂੰ ਵਿਚਾਰੀਏ, ਇਹਦੇ ਵਿੱਚੋਂ ਗਿਆਨ ਪੈਦਾ ਹੋਊਗਾ। ਉਹ ਸਤਿਗੁਰ ਸਮਝਾਉਂਦੇ ਨੇ, ਘਟ ਘਟ ਮੇ ਹਰ ਜੂ ਵਸੇ ਸੰਤਨ ਕਹਿਓ ਉਪਕਾਰ। ਜਿਹੜਾ ਆਤਮਾ ਦਾ ਮੂਲ ਹੈ ਪ੍ਰਾਤਮਾ ਹਰ, ਉਹ ਸਾਡੇ ਅੰਦਰ ਹੀ ਹੈ। ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈ ਲੈਂਦੇ ਹਾਂ, ਜਿਨ ਜੀਓ ਪਿੰਡ ਦੀਆ ਰਿਜਕ ਬਰਾਬੈ, ਸਭ ਘਟ ਭੀਤਰ ਹਾਟ ਚਲਾਵੈ। ਹੁਣ ਆਪਾਂ ਭਗਤ ਜੀ ਦਾ ਇਸ਼ਾਰਾ ਲੈਣਾ ਹੈ, ਜਿੱਥੋਂ ਆਪਣਾ ਹਾਰਟ ਚੱਲ ਰਿਹਾ ਉਹੀ ਹਰ ਹੈ। ਉਹਦੀ ਕਿਰਪਾ ਨਾਲ ਹਾਰਟ ਚੱਲ ਰਿਹਾ ਸਾਡਾ। ਜਦੋਂ ਹਰ ਚੱਲਿਆ ਜਾਂਦਾ ਹੈ, ਸਰੀਰ ਚਾਹੇ ਕਿੱਡਾ ਵੀ ਕੋਈ ਉੱਚੀ ਪਦਵੀ ਵਾਲਾ ਚਾਹੇ ਗਰੀਬ ਹੈ, ਉਹੀ ਸਾਨੂੰ ਜਿਹੜਾ ਹੈਗਾ ਵਾ ਸਰੀਰ ਭੈ ਦੇਣ ਲੱਗ ਜਾਂਦਾ ਵਾ। ਪਹਿਲਾਂ ਅਸੀਂ ਉਹਨੂੰ ਪ੍ਰੇਮ ਕਰਦੇ ਹਾਂ, ਫਿਰ ਉਹੀ ਸਰੀਰ ਤੋਂ ਸਾਨੂੰ ਭੈ ਆਉਣ ਲੱਗ ਜਾਂਦੀ ਹੈ। ਜਦ ਤੱਕ ਹਰ ਹੈ, ਜੋਤ ਹੈ, ਤਾਂ ਹਰਿਆ ਭਰਿਆ ਸੰਸਾਰ ਹੈ। ਇਹ ਨਿਰਾਕਾਰ ਦੁਨੀਆ ਨੂੰ ਸਮਝਾਉਣ ਖਾਤਰ ਸਤਿਗੁਰਾਂ ਨੇ ਅਨੇਕਾਂ ਉਪਦੇਸ਼ ਲਏ ਨੇ। ਇਹ ਆਪਾਂ ਉਪਦੇਸ਼ ਛੱਡ ਦੇਣੇ ਨੇ, ਸੱਚ ਦਾ ਗਿਆਨ ਲੈ ਲੈਣਾ। ਇਹ ਸਮਝਣ ਖਾਤਰ ਨੇ ਜਿੰਨਾ ਵੀ ਗੁਰਬਾਣੀ ਵਿੱਚ ਮਾਇਆ ਦੇ ਉਪਦੇਸ਼ ਨੇ। ਸੰਤ ਕੇ ਚਰਨ ਧੋਏ ਧੋਏ ਪੀਓ ਤੋਂ ਭਾਵ ਵੀ ਇਹੀ ਹੈ, ਸੰਤ ਦਾ ਗਿਆਨ ਲੈਣਾ। ਇਹ ਸੰਤ ਦਾ ਮਾਰਗ ਹੈ। ਧਰਮ ਕੀ ਪੌੜੀ, ਆਪਾਂ ਧਰਮ ਗਿਆਨ ਲੈਣਾ ਵਾ, ਇਹ ਪੌੜੀ ਚੜ੍ਹਨਾ ਵਾ। ਕੋਬੜ ਭਾਗੀ ਪਾਵੇ, ਉਹ ਗੁਰਸਿੱਖ ਪੌੜੀ ਚੜ੍ਹਦੇ ਨੇ, ਫਿਰ ਸੰਗਤ ਨੂੰ ਸਮਝਾਉਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਘਟ ਘਟ ਮੇ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਆਪਾਂ ਸਤਿਗੁਰਾਂ ਦਾ ਇੱਕ ਵਚਨ ਹੋਰ ਲੈ ਲੈਂਦੇ ਹਾਂ, ਮਨ ਆਪਦੀ ਮਤ ਨਾਲ ਨਿਕਲਣਾ ਚਾਹੁੰਦਾ ਹੈ, ਹਟ ਜੋ ਕਰਦਾ, ਬੜੇ ਬੜੇ ਤਪ ਕਰਦਾ, ਪਰ ਉਹ 'ਚੋਂ ਗਿਆਨ ਤਾਂ ਪੈਦਾ ਨਹੀਂ ਹੁੰਦਾ। ਜਾਊਗਾ ਕਿਵੇਂ। ਮਨ ਰੇ ਹੋਮੇ ਮੋਹ ਦੁਖ ਭਾਰੀ, ਉਹ ਭਉਜਲ ਜਗਤ ਨਾ ਜਾਈ ਤਰਣਾ। ਗੁਰਮੁਖ ਤਰ ਹਰ ਤਾਰੀ। ਮਨਾ ਇਹ ਮੋਹ ਦਾ ਜਾਲ ਸੰਸਾਰ, ਆਪਣੀ ਮਤ ਨਾਲ ਆਪਾਂ ਨਹੀਂ ਤਰ ਸਕਦੇ। ਆਪਾਂ ਆਪਣੀ ਮਤ ਦਾ ਤਿਆਗ ਕਰਨਾ ਹੈ, ਗੁਰ ਕੀ ਮਤ ਆਪਾਂ ਲੈਣੀ। ਗੁਰ ਕੀ ਮਤ ਭਾਵ ਗਿਆਨ ਮਤ ਲੈਣੀ ਹੈ। ਇਹ ਗਿਆਨੀਆਂ ਦਾ ਮਾਰਗ ਹੈ। ਜਦੋਂ ਅਸੀਂ ਗੁਰ ਸ਼ਬਦ ਦੀ ਕਮਾਈ ਕਰਦੇ ਹਾਂ ਤਾਂ ਸਾਨੂੰ ਗਿਆਨ ਪੈਦਾ ਹੁੰਦਾ ਹੈ। ਉਹਦੇ ਨਾਲ ਮਨ ਸਹਿਜ ਦੁਨੀਆ 'ਚ ਪਹੁੰਚ ਜਾਂਦਾ, ਉੱਥੇ ਉਹਦੀ ਭਗਤੀ ਸ਼ੁਰੂ ਹੁੰਦੀ ਹੈ। ਉਹਨੂੰ ਦੇਵਲੋਕ ਕਿਹਾ, ਉਹੀ 10ਵਾਂ ਦੁਆਰ ਹੈ। ਘਟ ਘਟ ਮੇ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਕਹੋ ਨਾਨਕ ਤਹਿ ਭਜ ਮਨਾ, ਭੁਵਨ ਉਤਰੇ ਪਾਰ। ਇਹ ਮਨਾ, ਜੇ ਭਵ ਸਾਗਰ ਪਾਰ ਕਰਨਾ ਵਾ, ਇਸ ਸੰਸਾਰ ਸਮੁੰਦਰ ਪਾਰ ਕਰਨਾ ਵਾ, ਪਾਰ ਨਿਕਲਣਾ ਵਾ, ਤਾਂ ਫਿਰ ਹਰ ਆਪਦੇ ਮੂਲ ਨਾਲ ਜੁੜ। ਭਜ ਤੋਂ ਭਾਵ ਜੁੜ ਉਹਦੇ ਨਾਲ। ਪਰ ਆਪਾਂ ਆਪਣੀ ਮੱਤ ਨਾਲ ਤਾਂ ਜੁੜ ਨਹੀਂ ਸਕਦੇ। ਹੁਣ ਆਪਾਂ ਗੁਰ ਕੀ ਮੱਤ ਲੈਣੀ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੀ ਕਮਾਈ ਕਰਕੇ ਅਸੀਂ ਪਾਰ ਨਿਕਲ ਜਾਣਾ ਵਾ। ਗੁਰ ਸ਼ਬਦ ਦੀ ਕਮਾਈ ਖਾਤਰ ਸਾਨੂੰ ਇਹ ਭਗਤੀ ਕਰਨੀ ਪੈਣੀ ਆ। ਇਹੀ ਤਾਂ ਬੇਨਤੀ ਲੈਣੀ ਹੈ, ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਸਤਿਗੁਰੂ ਸਮਝਾਉਂਦੇ ਨੇ, ਆਸਾ ਦੀ ਵਾਰ ਦੇ ਵਿੱਚ ਕਿਰਪਾ ਲੈਣੀ ਆ ਭਾਈ, ਫੇਰ ਹੀ ਅਸੀਂ ਸ਼ਬਦ ਦੀ ਕਮਾਈ ਕਰਾਂਗੇ। ਸਾਡੀ ਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ ਇਹ। ਆਓ ਸਾਰੇ ਮਿਲ ਕੇ ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਗੌਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਰਾਇਣ, ਰਸਨਾ ਸਿਮਰਤ ਪਾਪ ਬੁਲਾਇਣ। ਦੇਖੋ ਸਤਿਗੁਰੂ ਸਮਝਾਉਂਦੇ ਆ, ਨਾਮ ਭਾਵ ਸਮਝਦੇ ਸਮਝਦੇ ਨਿਰੰਜਨ ਨੂੰ। ਨਿਰੰਜਨ ਕੀ ਹੁੰਦਾ? ਨਾਮ ਤੋਂ ਰਹਿਤ। ਅਸੀਂ ਕੀ ਹੈ? ਕਾਲਪਨਿਕ ਰੂਪ ਹੈ। ਦੋ ਹੀ ਤਾਂ ਹੁਕਮ ਨੇ। ਸਾਡਾ ਜਿਹੜਾ ਹੁਕਮ ਹੈ ਕਲਪਨਿਕ, ਇਹੀ ਤਾਂ ਕਾਲ ਹੈ। ਸਾਡੇ ਅੰਦਰ ਇੱਛਾ ਪੈਦਾ ਹੁੰਦੀਆਂ ਰਹਿੰਦੀਆਂ, ਇੱਛਾ ਦਾ ਤਿਆਗ ਕਰਨਾ ਇਹੀ ਭਗਤੀ ਹੈ।
ਨਾਮ ਨਿਰੰਜਨ ਨੀਰ ਨਰਾਇਣ। ਜਿਹੜਾ ਨਾਮ ਗਿਆਨ ਨਿਰੰਜਨ ਦਾ, ਨੀਰ ਭਾਵ ਪਾਣੀ, ਨਰਾਇਣ ਭਾਵ ਚਾਨਣ, ਇਹ ਆਤਮਾ ਨੂੰ ਸੁੱਖ ਦੇਣ ਵਾਲਾ, ਇਹ ਆਤਮ ਖੁਰਾਕ ਹੈ। ਇੱਕ ਐਸੀ ਰੋਸ਼ਨੀ ਹੈ। ਹੁਣ ਸਾਡੇ ਅੰਦਰ ਜੀਵਨ 'ਚ ਹਨੇਰਾ ਹੈ, ਆਪਾਂ ਆਸਾ ਦੀ ਵਾ ਸਤਿਗੁਰਾਂ ਦੇ ਵਚਨ ਲਈਏ। ਪਹਿਲੀ ਪੌੜੀ 'ਚ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰ ਸਮਝਾਉਂਦੇ ਨੇ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਇਹ ਐਸਾ ਗਿਆਨ ਹੈ ਸ਼ਬਦ ਦਾ, ਇਹ ਮਾਇਆ ਸਾਡੀ ਕੱਟ ਕੇ ਸਾਨੂੰ ਪ੍ਰਲੋਕ ਦਾ ਵਾਸੀ ਬਣਾ ਦਿੰਦਾ ਵਾ। ਫਿਰ ਐਸੇ ਗਿਆਨ ਸਤਿਗੁਰ ਕਹਿੰਦੇ ਬਲਿਹਾਰੀ ਜਾਨਾ ਮੈਂ, ਜਿਹੜੇ ਗਿਆਨ ਨਾਲੇ ਮਨੁੱਖ ਪਾਪ ਕਰਦਾ ਦੇਵਤਾ ਸੁਭਾਅ ਬਣ ਜਾਂਦਾ। ਜੀ ਹੁਣ ਦੇਵਤਾ ਬਣੂਗਾ ਫੇਰ ਹੀ ਦੇਵਲੋਕ ਜਾਊਗਾ। ਹਾਲੇ ਤਾਂ ਇਹਨੇ ਆਪਦਾ ਸੁਭਾਅ ਬਦਲਿਆ ਹੀ ਨਹੀਂ ਹੈਗਾ, ਹਾਲੇ ਤਾਂ ਇਹਨੇ ਤਿਆਗ ਹੀ ਨਹੀਂ ਕੀਤਾ। ਸਰੀਰ ਕਰਕੇ ਤਾਂ ਪੂਰਨ ਬਣਦਾ ਆਪਦੇ ਆਪ ਨੂੰ। ਸਰੀਰ ਤਾਂ ਇੱਥੇ ਰਹੇ, ਜਿੱਥੇ ਲੇਖਾ ਮੰਗੀਏ ਤਿੱਥੇ ਜੇ ਜਾਤ ਨਾ ਜਾਏ। ਜਿੱਥੇ ਦਾ ਹਿਸਾਬ ਕਿਤਾਬ ਹੈ, ਜਿੱਥੇ ਨੂੰ ਛੁਟਕਾਰਾ ਮਿਲਣਾ, ਉੱਥੇ ਦਾ ਸਰੀਰ ਉੱਚੀ ਜਾਤੀ ਕੁਛ ਨਹੀਂ ਜਾਂਦਾ ਹੈਗਾ। ਉਹੀ ਸਤਿਗੁਰੂ ਸਮਝਾਉਂਦੇ ਨੇ, ਰਸਨਾ ਸਿਮਰਤ ਪਾਪ ਬਲੈਣ। ਜਿਹੜੀ ਰਸਨਾ ਬੁੱਧੀ ਸਿਮਰਤ ਤੋਂ ਭਾਵ ਸਮਝਣ ਲੱਗ ਜਾਂਦੀ ਹੈ, ਗੁਰ ਸ਼ਬਦ ਦੀ ਵਿਚਾਰ ਕਰਨ ਲੱਗ ਜਾਂਦੀ ਹੈ, ਪਾਪ ਬਲੈਣ, ਪਾਪ ਤੋਂ ਭਾਵ ਹੁਕਮ ਦਾ ਵਿਰੋਧ ਛੱਡ ਜਾਂਦੀ ਹੈ। ਅਸੀਂ ਰੋਜ਼ ਹੁਕਮ ਵਿਰੋਧ ਕਰਦੇ ਹਾਂ, ਸਾਰੀ ਸ੍ਰਿਸ਼ਟੀ ਹੁਕਮ ਦਾ ਵਿਰੋਧ ਕਰਦੀ ਹੈ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਸਾ ਦੀ ਵਾਰ ਦੇ, ਵਦੀ ਵਜਗ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਆਪਾਂ ਦੇਖ ਹੀ ਰਹੇ ਹਾਂ ਸੰਸਾਰ 'ਚ ਕੀ ਹੋ ਰਿਹਾ, ਕਿੱਡੀਆਂ ਕਿੱਡੀਆਂ ਅਵਸਥਾ ਪ੍ਰਾਪਤ ਕਰਕੇ ਕਿੱਥੇ ਜਾਂਦੇ ਹਾਂ ਅਸੀਂ, ਨਰਕ ਨੂੰ। ਆਪਾਂ ਸਤਿਗੁਰਾਂ ਦੇ ਇਹ ਪੌੜੀ ਦੀ ਵਿਚਾਰ ਕਰੀਏ। ਸਤਿਗੁਰ ਸਮਝਾਉਂਦੇ ਨੇ ਵੀ ਜਿੰਨੀ ਸ੍ਰਿਸ਼ਟੀ ਹੈ ਸਾਰੀ ਹੁਕਮ ਨਾਲ ਟਕਰਾਉਂਦੀ ਹੈ। ਹੁਕਮ ਦਾ ਟਕਰਾਓ ਤਾਂ ਖਤਮ ਕਰਦੀ ਹੈ ਬਾਣੀ। ਗੁਰ ਚੇਲੇ ਕੀ ਸੰਧ ਮਿਲਾਏ। ਜੋ ਸਾਡੀ ਦੂਰੀ ਪੈ ਗਈ ਹੈ ਉਹੀ ਤਾਂ ਬਾਣੀ ਤੈਅ ਕਰਦੀ ਹੈ। ਸੰਤ ਪ੍ਰਤਾਪ ਦੁਰੰਤ ਸਭ ਨਸੇ। ਜਿਹੜੀ ਦੂਰੀ ਪੈ ਗਈ ਸੰਤ ਦੇ ਗਿਆਨ ਨਾਲ, ਬਾਣੀ ਸੰਤ ਕਾ ਮਾਰਗ ਹੈ। ਬਾਹਰਲੇ ਸੰਤਾਂ ਦੀ ਗੱਲ ਨਹੀਂ ਹੈਗੀ, ਉਹ ਸਰੀਰ ਕਰਕੇ ਭੇਖ ਨੇ। ਇਹ ਨਿਰਾਕਾਰ ਦੁਨੀਆ ਦੀ ਗੱਲ ਹੈ, ਜੋਤ ਦੀ ਗੱਲ ਹੈ। ਸੰਤ ਪ੍ਰਤਾਪ ਦੁਰੰਤ ਸਭ ਨਸੇ। ਇਹ ਜਿਹੜੀ ਦੂਰੀ ਹੈ ਇਹ ਖਤਮ ਹੋ ਜਾਂਦੀ ਹੈ। ਆਪਾਂ ਸ਼ਲੋਕ ਦੇ ਬਚਨ ਲੈ ਲੈਂਦੇ, ਪਵਨ ਗੁਰੂ ਪਾਣੀ ਪਿਤਾ ਕਰਨੀ ਆਪੋ ਆਪਣੀ ਕਹਿ ਨੇੜੇ ਕੇ ਦੂਰ। ਜਿਹੜੇ ਗੁਰਸਿੱਖ ਗੁਰ ਸ਼ਬਦ ਦੀ ਕਮਾਈ ਕਰਦੇ ਨੇ ਉਹ ਨੇੜੇ ਹੋ ਜਾਂਦੇ ਨੇ। ਜਿਹੜੇ ਭਾਵ ਹੁਕਮ ਦਾ ਵਿਰੋਧ ਕਰਦੇ ਨੇ, ਸੰਸਾਰ 'ਚ ਵੱਡਾ ਬਣਨਾ ਚਾਹੁੰਦੇ ਨੇ, ਉਹ ਦੂਰ ਚਲੇ ਜਾਂਦੇ ਨੇ, ਉਹ ਨਰਕ ਨੂੰ ਚਲੇ ਜਾਂਦੇ ਨੇ। ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈ ਲੈਂਦੇ ਹਾਂ, ਹਰ ਜੋ ਹੀਰਾ ਸਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸੱਚ ਪਾਖੇ ਰਵਿਦਾਸ। ਰਵਿਦਾਸ ਜੀ ਕਹਿੰਦੇ ਨੇ ਜਿਹੜਾ ਹਰ ਨੂੰ ਛੱਡ ਕੇ ਹੋਰ ਆਸਾਂ 'ਤੇ ਬੈਠਾ ਵਾ, ਸੰਸਾਰ 'ਚ ਵੱਡਾ ਬਣਨਾ ਚਾਹੁੰਦਾ, ਸੰਪਤ ਦੌਲਤ ਇਕੱਠੀ ਕਰਨਾ ਚਾਹੁੰਦਾ, ਕੁਛ ਨਹੀਂ ਨਾਲ ਜਾਂਦਾ, ਇਹ ਨਰਕਾਂ ਨੂੰ ਚਲੇ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਵਧੀ ਵਜਗ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਦੇਖ ਹੀ ਰਹੇ ਹਾਂ ਬੜੇ ਬੜੇ ਝੂਠ ਬੋਲਣ ਵਾਲੇ, ਅੱਜ ਉਹਨਾਂ ਦਾ ਜੀਵਨ ਦੇਖ ਲਓ ਕਿਹੋ ਜਿਹਾ। ਇਸ ਕਰਕੇ ਆਪਾਂ ਆਪਣਾ ਜੀਵਨ ਨਹੀਂ ਖਰਾਬ ਕਰਨਾ। ਸੰਸਾਰ ਕੀ ਕਰਦਾ ਸਾਡਾ ਵਿਸ਼ਾ ਨਹੀਂ ਹੈਗਾ। ਨਾਨਕ ਚਿੰਤਾ ਸੋ ਕਰੇ ਜਿਨ ਪਾਇਆ ਜਾਗਾ। ਆਸਾ ਦੀ ਬਸ ਸਤਿਗੁਰਾਂ ਦੇ ਬਚਨ ਨੇ। ਜਿਹਨੇ ਸੰਸਾਰ ਪੈਦਾ ਕੀਤਾ ਉਹ ਚਿੰਤਾ ਕਰੇ, ਸਾਡਾ ਵਿਸ਼ਾ ਨਹੀਂ। ਅਸੀਂ ਆਪਣੀ ਚਿੰਤਾ ਕਰਨੀ ਹੈ, ਸਾਡਾ ਸੰਸਾਰ ਤੋਂ ਕਿਵੇਂ ਛੁਟਕਾਰਾ ਹੋਵੇ। ਰਸਨਾ ਸਿਮਰਤ ਪਾਪ ਬਲੈਣ। ਰਸਨਾ ਜਿਹੜੀ ਬੁੱਧੀ ਗੁਰਸਿੱਖ ਗੁਰ ਸ਼ਬਦ ਦੀ ਵਿਚਾਰ ਵਿੱਚ ਲੱਗ ਜਾਂਦੇ ਨੇ, ਪਾਪ ਬਲੈਣ ਤੋਂ ਭਾਵ ਹੈ ਉਹਨਾਂ ਦਾ ਮਨ ਹੁਕਮ ਦਾ ਵਿਰੋਧ ਛੱਡ ਜਾਂਦਾ ਹੈ। ਰਹਾਓ ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ। ਆਪਾਂ ਪਿੱਛੇ ਲਈਏ ਭਗਤ ਰਵਿਦਾਸ ਜੀ ਦਾ ਸ਼ਲੋਕ, ਜਨ ਜੀਓ ਪਿੰਡ ਦੀ ਆ ਰਿਜ਼ਕ ਘਬਰਾਵੇ, ਸੜ ਘਟ ਭੀਤਰ ਹਾੜ ਚਲਾਵੇ। ਉਹਦੀ ਨਾਰਾਇਣ ਦੀ ਕਿਰਪਾ ਨਾਲ ਤਾਂ ਸਾਡਾ ਹਾੜ ਚੱਲ ਰਿਹਾ ਹੈ। ਫਿਰ ਆਪਾਂ ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਸਾਰਿਆਂ 'ਚ ਨਾਰਾਇਣ ਦਾ ਵਾਸਾ, ਆਪਾਂ ਕਿਸੇ ਨੂੰ ਬੁਰਾ ਭਲਾ ਕਿਵੇਂ ਕਹਿ ਸਕਦੇ? ਸੋਚ ਕਰਕੇ ਅਸੀਂ ਦੂਰ ਹੈ, ਨਾਰਾਇਣ ਸਾਤੋਂ ਦੂਰ ਨਹੀਂ ਹੈਗਾ, ਅਸੀਂ ਸੋਚ ਕਰਕੇ ਦੂਰ ਹੈ। ਕਰਨੀ ਆਪੋ ਆਪਣੀ ਕਹਿ ਨੇੜੇ ਕੇ ਦੂਰ। ਸਤਿਗੁਰ ਤਾਂ ਸਮਝਾਉਂਦੇ ਨੇ, ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ। ਉਹਦੀ ਕਿਰਪਾ ਨਾਲ ਸਾਨੂੰ ਬਾਹਰ ਦਿਖ ਰਿਹਾ, ਕੁਦਰਤ ਦਿਸੇ ਕੁਦਰਤ ਸੁਣੀਏ। ਉਹਦੀ ਕਿਰਪਾ ਨਾਲ ਤਾਂ ਸਾਨੂੰ ਦਿਖ ਰਿਹਾ ਸਾਰਾ, ਸਾਡਾ ਜੀਵਨ ਚੱਲ ਰਿਹਾ ਨਾਰਾਇਣ ਦੀ ਕਿਰਪਾ ਨਾਲ। ਤਾਂ ਨਾਰਾਇਣ ਕਹਤੇ ਨਰਕ ਨਾ ਜਾਏ,
ਨਾਰਾਇਣ ਸੇਵ ਸਗਲ ਫਲ ਪਾਏ। ਸਤਿਗੁਰ ਸਮਝਾਉਂਦੇ ਨੇ ਜਿਹੜੇ ਨਾਰਾਇਣ ਦਾ ਜਸ ਕਰਦੇ ਨੇ, ਹਰ ਦਾ ਆਪਣੇ ਮੂਲ ਦਾ ਜਸ ਕਰਦੇ ਨੇ, ਉਹ ਨਰਕਾਂ ਤੋਂ ਬਚ ਜਾਂਦੇ, ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ ਵਾ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਪਹਿਲਾਂ ਆਪਣਾ ਜਨਮ ਮਰਨ ਕੱਟਿਆ ਜਾਊਗਾ, ਉਸ ਤੋਂ ਬਾਅਦ ਹੀ ਸਾਡੀ ਭਗਤੀ ਸ਼ੁਰੂ ਹੋਣੀ ਹੈ। ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਮਾਰੇ। ਇਸ ਤੋਂ ਭਾਵ ਵੀ ਇਹੀ ਹੈ, ਅਸਥਰ ਭਗਤ ਸਾਧ ਕੀ ਸਰਨ ਨਾਨਕ ਜੀਵੇ ਜਪ ਜਪ ਹਰ ਕੇ ਚਰਨ। ਆਪਾਂ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਣਾ, ਨਾਰਾਇਣ ਦੇ ਚਰਨਾਂ 'ਚ ਪਹੁੰਚਣਾ ਵਾ, ਫੇਰ ਹੀ ਸਾਡੀ ਭਗਤੀ ਸ਼ੁਰੂ ਹੋਊਗੀ। ਨਾਰਾਇਣ ਕਹਤੇ ਨਰਕ ਨਾ ਜਾਏ, ਨਾਰਾਇਣ ਸੇਵ ਸਗਲ ਫਲ ਪਾਏ। ਨਾਰਾਇਣ ਦਾ ਜਸ ਕਰਨ ਵਾਲੇ ਗੁਰਸਿੱਖ ਆਤਮਾ, ਉਹਨਾਂ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਗਿਆਨ ਮਿਲਦਾ ਹੈ, ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ, ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ, ਸੱਚਖੰਡ ਦੇ ਵਾਸੀ ਬਣ ਜਾਂਦੇ ਨੇ। ਪਰ ਗਿਆਨ ਨਾ ਗੱਲੀ ਢੂੰਡੀਏ, ਨਾਨਕ ਕਥਨਾ ਕਰੜਾ ਸਾਰੇ। ਗੱਲਾਂ ਨਾਲ ਨਹੀਂ ਗਿਆਨ ਪ੍ਰਾਪਤ ਹੁੰਦਾ ਹੈ, ਗੁਰਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ, ਆਪਦੀ ਮਤ ਦਾ ਤਿਆਗ ਕਰਨਾ ਪੈਂਦਾ ਹੈ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਪੈਂਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ। ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ। ਨਾਰਾਇਣ ਦੂਰ ਨਹੀਂ ਹੈਗਾ, ਸਾਡੇ ਮਨ ਦੇ ਅੰਦਰ ਨਾਲ ਹੀ ਹੈ, ਉਹੀ ਆਧਾਰ ਹੈ, ਉਹਦੀ ਕਿਰਪਾ ਨਾਲ ਸਾਡਾ ਜੀਵਨ ਚੱਲ ਰਿਹਾ ਵਾ। ਸਭ ਤੋਂ ਪਹਿਲਾਂ ਸਾਨੂੰ ਅੰਤਰਾਤਮਾ ਦਾ ਦਰਸ਼ਨ ਹੋਣਾ। ਜਦੋਂ ਅੰਤਰਾਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਉਸ ਅਵਸਥਾ ਦੇ ਵਿੱਚ ਬਾਣੀ ਉਚਾਰੀ ਜਾਂਦੀ ਹੈ, ਉਹਨੂੰ ਸੰਤ ਕਿਹਾ ਗਿਆ ਵਾ। ਇਹੀ ਸੰਤ ਮਾਰਗ ਹੈ। ਇੱਥੇ ਸਰੀਰ ਦਾ ਕੋਈ ਭੇਖ ਦਾ ਕੋਈ ਵੀ ਇੱਥੇ ਜਿਹੜਾ ਹੈਗਾ ਵਾ ਵਡਿਆਈ ਨਹੀਂ ਦਿੱਤੀ ਗਈ ਸੰਸਾਰ ਦੇ ਵਿੱਚ ਕਿਸੇ ਵੀ। ਇੱਥੇ ਨਿਰਾਕਾਰ ਨਾਰਾਇਣ ਹੁਕਮ ਭਾਵ ਉਹ ਸ਼ਕਤੀ ਜਿਹਦੀ ਕਿਰਪਾ ਨਾਲ ਸ੍ਰਿਸ਼ਟੀ ਚੱਲ ਰਹੀ ਹੈ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈ ਲੈਂਦੇ ਹਾਂ, ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ। ਅਸੀਂ ਜਾਣਦੇ ਨਹੀਂ, ਹੁਣ ਗੁਰ ਗਿਆਨ ਤੋਂ ਬਾਅਦ ਸਾਨੂੰ ਸਮਝ ਆਉਣੀ ਹੈ ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈਂਦੇ ਹਾਂ। ਕਬੀਰ ਮੇਰੀ ਬੁੱਧ ਕੋ ਜਮ ਨ ਕਰੇ ਤ੍ਰਿਸਕਾਰ, ਜਿਨੇ ਜਮੂਆਂ ਸਿਰਜਿਆ ਮੈਂ ਜਪਿਆ ਪਰਵਰਦਿਗਾਰ। ਅਸੀਂ ਉਹ ਪਰਵਰਦਿਗਾਰ ਨੂੰ ਜਪਣਾ, ਸ੍ਰਿਸ਼ਟੀ ਦੇ ਪਾਲਕ ਨੂੰ ਜਪਣਾ, ਸਮਝਣਾ ਵਾ, ਜਿਹਨੇ ਜਮੂਆਂ ਸਿਰਜਿਆ, ਸੰਸਾਰ ਪੈਦਾ ਕੀਤਾ ਵਾ। ਇਹ ਜਮੂਆਂ ਤਾਂ ਉਹਦੇ ਹੁਕਮ ਨਾਲ ਪੈਦਾ ਹੋਇਆ, ਇਹ ਜਮ ਮਾਰਗ ਹੈ, ਉਹਦੇ ਹੁਕਮ ਤੋਂ ਬਿਨਾਂ ਆਪਾਂ ਕਿਵੇਂ ਸੁੱਟਾਂਗੇ? ਉਹੀ ਸਤਿਗੁਰ ਸਮਝਾਉਂਦੇ ਨੇ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ। ਇਹ ਸੰਸਾਰ 'ਚ ਵਿੱਚੋਂ ਕਿਸੇ ਨੇ ਵੀ ਪਾਰ ਨਿਕਲਣਾ, ਇਹੀ ਤਾਂ ਨਾਮ ਦਾ ਜਹਾਜ਼ ਹੈ। ਅਸੀਂ ਪਰ ਧਾਰਨਾ ਗਾ ਕੇ ਨਿਕਲ ਜਾਂਦੇ ਹਾਂ, ਸਤਿਗੁਰਾਂ ਨੇ ਜਹਾਜ਼ ਬਣਾਇਆ ਆਪ ਪਾਰ ਨਹੀਂ। ਇੱਕ ਗੱਲਾਂ ਨਾਲ ਨਹੀਂ ਪਾਰ ਨਿਕਲ ਜਾਂਦਾ, ਇਹਦੀ ਕਮਾਈ ਕਰਨੀ ਪੈਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਨਾਰਾਇਣ ਕਹਿਤ ਜਮ ਭਾਗ ਪਲੈਣ, ਨਾਰਾਇਣ ਦੰਤ ਭਾਨੇ ਡੈਣ। ਇਹ ਜਿਹੜੀ ਮਾਇਆ ਡੈਣ ਹੈ, ਕਲਪਨਾ, ਜਿਨ ਬਿਨ ਦੰਤੀ ਜਗ ਖਾਇਆ, ਉਹੀ ਵੀ ਸਤਿਗੁਰ ਸਮਝਾ ਰਹੇ ਨੇ। ਨਾਰਾਇਣ ਕਹਿਤ ਜਮ ਭਾਗ ਪਲੈਣ, ਜਮ ਭੱਜ ਜਾਂਦੇ ਨੇ, ਜਮ ਖਹਿੜਾ ਛੱਡ ਜਾਂਦੇ ਨੇ। ਨਾਰਾਇਣ ਨੂੰ ਸਮਝਦੇ ਸਮਝਦੇ ਜਸ ਕਰਦੇ, ਜਮ ਲੱਭਦੇ ਹੀ ਨਹੀਂ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ, ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਜਿਹਨੇ ਹਰ ਦੇ ਨਾਰਾਇਣ ਦੇ ਗੁਣ ਗਾ ਤੇ ਉਹਨੂੰ ਸਰਬ ਵੈਕੁੰਠਾਂ ਦੀ ਪ੍ਰਾਪਤੀ ਹੋ ਗਈ, ਕੋਈ ਇੱਛਾ ਹੀ ਨਹੀਂ ਰਹੀ। ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਪਾਰਾ। ਜਿਹੜਾ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਸੀ, ਗੁਰਸ਼ਬਦ ਦੀ ਕਮਾਈ ਨਾਲ ਅਸੀਂ ਉਹਦੀ ਪ੍ਰਾਪਤੀ ਕਰ ਲਈ। ਹੋਰ ਕੀ ਚਾਹੀਦਾ? ਇਹੀ ਕਾਰਨ ਤਾਂ ਸੰਸਾਰ ਵਿੱਚ ਆਇਆ ਸੀਗਾ। ਇਹ ਨਾਰਾਇਣ ਦੰਤ ਭਾਨੇ ਡੈਣ, ਇਹ ਡੈਣ ਹੈ ਭਾਈ, ਬਿਨ ਦੰਤੀ ਜਗ ਖਾਇਆ। ਕਬੀਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਖਾਏ। ਸਾਨੂੰ ਇਹ ਖਾ ਜਾਂਦੀ ਹੈ ਭਾਈ, ਸਾਡਾ ਸਾਰਾ ਜੀਵਨ ਐਂ ਖਾ ਜਾਂਦੀ ਹੈ। ਜਾਨੂੰ ਸਮਾਂ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਜਾਨੂੰ ਸਮਾਂ ਆ ਜਾਂਦਾ, ਕਾਲ ਫੜ ਕੇ ਬੋਦੀਆਂ ਤੋਂ ਲੈ ਜਾਂਦਾ। ਫਿਰ ਕਿਹਦੇ ਅੱਗੇ ਆਪਾਂ ਬੇਨਤੀ ਕਰਾਂਗੇ? ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲੈ ਲੈਂਦੇ। ਦੇਖ ਫਰੀਦਾ ਜੇਠੀਆ ਸ਼ੱਕਰ ਹੋਈ ਵਿਸ, ਸਾਈਂ ਵਾਜੋਂ ਆਪਣੇ ਵੇਦਨ ਕਹੀਏ ਕਿਸ। ਜਿਹੜੇ ਸੰਸਾਰੀ ਰਿਸ਼ਤੇ ਨੇ ਭਾਈ, ਇਹ ਕਲਪਨਾ ਡੈਣ ਦੇ ਬਣਾਏ ਹੋਏ ਸਾਡੇ ਸਰੀਰਕ ਰਿਸ਼ਤੇ, ਇਹ ਸਾਰੇ ਫਿਰ ਜ਼ਹਿਰ ਬਣ ਜਾਂਦੇ ਨੇ ਜਾਣ ਵੇਲੇ। ਫਿਰ ਕਿਹਦੇ ਅੱਗੇ ਬੇਨਤੀ ਕਰਾਂਗੇ? ਆਓ ਸਾਰੇ ਮਿਲ ਕੇ ਪਹਿਲਾਂ ਹੀ ਬੇਨਤੀ ਕਰਕੇ ਆਪਾਂ ਆਪਦੇ ਘਰ ਪਹੁੰਚੀਏ। ਨਾਰਾਇਣ ਦੰਤ ਭਾਨੇ ਡੈਣ। ਸਤਿਗੁਰ ਸਮਝਾਉਂਦੇ ਨੇ ਅੱਗੇ, ਨਾਰਾਇਣ
ਸਦ ਸਦ ਬਖਸ਼ੰਦ ਨਾਰਾਇਣ ਕੀਨੇ ਸੁਖ ਆਨੰਦ। ਨਾਰਾਇਣ ਹਮੇਸ਼ਾ ਹੀ ਅੰਤਰਾਤਮਾ ਦੀ ਆਵਾਜ਼ ਸਾਨੂੰ ਸੁੱਖ ਦਿੰਦੀ ਹੈ। ਉਹੀ ਸੁਖ ਸਾਗਰ ਆਪਾਂ ਆਪਣੇ ਘਰ ਪਹੁੰਚਣਾ ਵਾ। ਉਹਦੇ ਘਰ ਖੁਸ਼ੀਆਂ ਰਹਿੰਦੀਆਂ, ਸਾਡੇ ਘਰ ਗਮੀਆਂ ਰਹਿੰਦੀਆਂ। ਆਨੰਦ ਰੂਪ ਮੰਗਲ ਸਦਜਾ ਕੇ ਉਹਨਾਂ ਦੇ ਘਰ ਆਨੰਦ ਮੰਗਲ ਰਹਿੰਦਾ ਹੈ। ਨਾਰਾਇਣ ਦੇ ਸਾਡੇ ਘਰ ਕੀ ਸੋਗ ਰਹਿੰਦਾ ਹੈ, ਕਲਪਨਾ ਰਹਿੰਦੀ ਹੈ, ਖੁਸ਼ੀਆਂ ਗਮੀਆਂ ਰਹਿੰਦੀਆਂ। ਨਾਰਾਇਣ ਸਦ ਸਦ ਬਖਸ਼ੰਦ ਨਾਰਾਇਣ ਕੀਨੇ ਸੁਖਨੰਦ। ਜੋ ਵੀ ਗੁਰਸਿੱਖ ਸੰਗਤ ਕਮਾਈ ਕਰੂਗੀ ਉਹਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਬਖਸ਼ੰਦ ਹੈ, ਬਖਸ਼ਿਸ਼ ਕਰਨ ਵਾਲਾ ਹੈ, ਸਾਡੇ ਪਾਪਾਂ ਨੂੰ ਮਾਫ ਕਰਨ ਵਾਲਾ ਵਾ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ। ਆਪਾਂ ਸਤਿਗੁਰਾਂ ਦੇ ਬਚਨ ਲੈ ਲੈਣੇ ਪੰਜਵੇਂ ਪਾਤਸ਼ਾਹ ਦੇ। ਜੀਵਨ ਰੂਪ ਗੋਪਾਲ ਜਸ ਭਗਤ ਜਨਾਂ ਕੀ ਰਾਸ। ਭਗਤ ਜਨ ਜਿਹੜੇ ਹੁੰਦੇ ਨੇ, ਸੰਤ ਹੁੰਦੇ ਨੇ, ਸਿੱਖ ਹੁੰਦੇ ਨੇ, ਉਹਨਾਂ ਦਾ ਮਾਈ ਬਾਪ ਕੌਣ ਹੈ? ਨਾਰਾਇਣ। ਉੱਥੇ ਕਾਲ ਕਿੱਥੇ ਆ ਫਿਰ ਭਾਈ? ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਪਹਿਲਾਂ ਆਪਾਂ ਜਨਮ ਮਰਨ ਤੋਂ ਛੁਟਕਾਰਾ ਪਾਉਣਾ, ਫੇਰ ਹੀ ਭਗਤੀ ਹੋਊਗੀ। ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ। ਸਾਧ ਸੰਗ ਪ੍ਰਾਪਤ ਹੋ ਜਾਂਦੀ ਹੈ। ਨਾਰਾਇਣ ਭਾਵ ਚਾਨਣ ਪ੍ਰਗਾਸ ਹੋ ਜਾਂਦਾ। ਆਪਾਂ ਸੁਖਮਨੀ ਸਭ ਸਤਿਗੁਰਾਂ ਦੇ ਵਚਨ ਲੈ ਲੈਣੇ। ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਾਹੀ ਵਿਨਾਸ਼। ਕਿਣਕਾ ਮਾਤਰ ਵੀ ਜਿਹਨੂੰ ਗੁਰ ਸ਼ਬਦ 'ਚੋਂ ਗਿਆਨ ਹੋ ਜਾਂਦਾ, ਕਾਲ ਉਹਦੇ ਨੇੜੇ ਨਹੀਂ ਆਉਂਦਾ, ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਵਾ। ਸੰਸਾਰ 'ਚ ਉਹਦਾ ਜਿਉਂਦਾ ਹੀ ਛੁਟਕਾਰਾ ਹੋ ਜਾਂਦਾ। ਆਪਾਂ ਪਵਨ ਗੁਰੂ ਪਾਣੀ ਪਿਤਾ ਸਲੋਕ ਦੇ ਬਚਨ ਲੈ ਰਹੇ ਨੇ। ਜਿਨੀ ਨਾਮ ਧਿਆਇਆ ਗਏ ਮੁਸੱਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ, ਉਹ ਜਿਉਂਦੇ ਹੀ ਸੰਸਾਰ 'ਚੋਂ ਪਾਰ ਕਰ ਜਾਂਦੇ ਨੇ। ਆਓ ਆਪਾਂ ਸਾਰੇ ਮਿਲ ਕੇ ਇਹਨੂੰ ਗੁਰਬਾਣੀ ਗੁਰ ਸ਼ਬਦ ਦਾ ਗਿਆਨ ਲੈ ਕੇ ਗੁਰਬਾਣੀ ਨੂੰ ਵਿਚਾਰ ਕੇ ਆਪਾਂ ਸੰਸਾਰ 'ਚੋਂ ਪਾਰ ਨਿਕਲਣਾ। ਜਿਉਂਦੇ ਜਿਉਂਦੇ ਹੀ ਸਰੀਰ ਛੱਡਣ ਤੋਂ ਪਹਿਲਾਂ ਆਪਾਂ ਆਪਦੇ ਘਰ ਪਹੁੰਚਣਾ ਹੈ, ਸਾਧ ਸੰਗਤ ਪ੍ਰਾਪਤ ਕਰਨੀ ਹੈ। ਸਾਧ ਸੰਗਤ ਕੀ ਹੁੰਦੀ ਹੈ? ਗੁਰ ਸ਼ਬਦ ਦਾ ਗਿਆਨ ਜਦੋਂ ਪੈਦਾ ਹੁੰਦਾ ਵਾ, ਸਾਡੀ ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ, ਇੱਕ ਹੋ ਜਾਂਦੀ, ਉਹਨੂੰ ਸਾਧ ਸੰਗਤ ਕਹਿੰਦੇ ਨੇ। ਸਾਧ ਸੰਗਤ ਦੇ ਗਿਆਨ ਨਾਲ ਹੀ ਮਨ ਟਿਕਦਾ ਹੈ। ਸੰਤ ਕੀ ਧੂਰ ਵੀ ਕਿਹਾ ਗੁਰਬਾਣੀ ਵਿੱਚ। ਸੰਤ ਧੂਰ ਪਾਈਏ ਬੜਭਾਗੀ। ਉਹ ਗੁਰਸਿੱਖ ਸਿੱਖਾਂ ਦਾ ਸਾਥ ਵੀ ਵੱਡੇ ਭਾਗਾਂ ਨਾਲ ਮਿਲਦਾ ਵਾ। ਸਤ ਸੰਗ ਬੜਭਾਗੀ ਪਾਵੇ, ਵੱਡੇ ਭਾਗਾਂ ਨਾਲ ਸੱਚ ਦਾ ਗਿਆਨ ਮਿਲਦਾ। ਇਹੀ ਸਾਧ ਸੰਗਤ ਹੈ। ਬਾਹਰ ਜਿਹੜੇ ਅਸੀਂ ਸਰੀਰ ਕਰਕੇ ਧਰਮ ਕਰਮ ਕਰਦੇ, ਉਹ ਸਾਰੇ ਸਰੀਰ ਕਰਕੇ ਹੀ ਨੇ, ਉਹ ਇੱਥੇ ਹੀ ਰਹਿ ਜਾਂਦੇ ਨੇ। ਉਹੀ ਸਾਧ ਸੰਗਤ ਹੈ। ਨਾਰਾਇਣ ਸਾਧ ਸੰਗਤ ਨਾਰਾਇਣ। ਜਿਹਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹ ਆਪਦੇ ਹਰ ਮੂਲ ਨਾਲ ਜੁੜੇ ਰਹਿੰਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰੇ। ਜਿਹਦੀ ਆਤਮਾ ਪ੍ਰਾਤਮਾ 'ਚ ਲੀਨ ਹੋ ਜਾਂਦੀ ਹੈ, ਦੁਵਿਧਾ ਖਤਮ ਹੋ ਜਾਂਦੀ ਹੈ, ਉਹਨੂੰ ਸਾਧ ਸੰਗਤ ਕਿਹਾ। ਉਹੀ ਸਾਧ ਸੰਗਤ ਬਾਰੇ ਸਮਝਾ ਸਕਦਾ ਵਾ। ਜਿਹੜੇ ਅਸੀਂ ਬਾਹਰ ਸੰਗਤ ਕਰਦੇ ਹਾਂ, ਉਹ ਤਾਂ ਗੁਰ ਨੂੰ ਵਿਚਾਰਨਾ ਵਾ, ਸ਼ਬਦ ਨੂੰ ਵਿਚਾਰਨਾ, ਉਹਦੇ ਵਿੱਚੋਂ ਗਿਆਨ ਮਿਲੂ ਸਾਨੂੰ, ਫਿਰ ਪਤਾ ਲੱਗੂ ਸਾਧ ਕੀ ਹੈ, ਸੰਗਤ ਕੀ ਹੈ, ਕਾਲ ਕੀ ਹੈ, ਅਸੀਂ ਕਿੱਧਰੋਂ ਆਏ ਹਾਂ, ਕਿੱਧਰ ਨੂੰ ਜਾਣਾ, ਸਾਨੂੰ ਤਾਂ ਪਤਾ ਹੀ ਨਹੀਂ ਕਿੱਧਰੋਂ ਅਸੀਂ ਆਏ ਹਾਂ। ਤਾਂ ਸਾਨੂੰ ਕਾਲ ਫੜ ਕੇ ਲੈ ਜਾਂਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਬਾਰੰਬਾਰ ਨਾਰਾਇਣ ਗੈਣ ਬਸਤ ਅਗੋਚਰ ਗੁਰ ਮਿਲ ਲਹੀ। ਜਿਹੜੇ ਬਾਰ-ਬਾਰ ਨਾਰਾਇਣ ਦੇ ਗੁਣ ਗਾਉਂਦੇ ਨੇ, ਸਮਝਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ, ਉਹਨਾਂ ਨੂੰ ਕਾਲ ਛੱਡ ਜਾਂਦਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ। ਹਰ ਹਰ ਨਾਮ ਜਪੰਤਿਆਂ ਕਿਸ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਉਹੀ ਗੋਪਾਲ ਹੈ ਭਾਈ, ਉਹੀ ਨਾਰਾਇਣ ਹੈ, ਉਹੀ ਹਰ ਹੈ। ਅਲੱਗ ਅਲੱਗ ਨਾਮ ਦਿੱਤੇ ਗਏ ਨੇ ਸਾਨੂੰ ਸਮਝਣ ਖਾਤਰ। ਜਿਹੜੇ ਬਾਰੰਬਾਰ ਉਹਦਾ ਜਸ ਕਰਦੇ ਨੇ, ਨਾਰਾਇਣ ਦਾ ਗੁਣ ਗਾਉਂਦੇ ਨੇ, ਉਹ ਬਸਤ ਗੋਚਰ ਗੁਰ ਮਿਲ ਲਈ, ਉਹ ਗਿਆਨ ਲੈ ਲੈਂਦੇ ਨੇ, ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ, ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਨਾਰਾਇਣ ਓਟ ਨਾਨਕ ਦਾਸ ਗਹੀ। ਦੇਖੋ ਸਤਿਗੁਰ ਆਪਾਂ ਨੂੰ ਕਿੰਨੇ ਪਿਆਰ ਨਾਲ ਸਮਝਾਉਂਦੇ ਨੇ ਭਾਈ। ਜਿਹੜੇ ਗੁਰਬਾਣੀ ਦਾ ਓਟ ਆਸਰਾ ਲੈਂਦੇ ਨੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਉਹਦੀ ਓਟ ਲੈਂਦੇ ਨੇ। ਦੀਨ ਦੁਨੀਆ ਤੇਰੀ ਟੇਕ ਸਭ ਮੇ ਰਵਿਆ ਸਹਿਬੇਕ। ਆਪਾਂ ਉਹਦੀ ਟੇਕ ਲੈਣੀ, ਉਹ ਸਤਿਗੁਰ ਸਮਝਾਉਂਦੇ ਨੇ। ਨਾਰਾਇਣ ਦੀ ਓਟ ਲੈਣੀ ਆਪਾਂ। ਜਿਹੜੇ ਸੰਸਾਰੀ ਟੇਕਾਂ ਲੈ ਲੈਂਦੇ ਨੇ, ਸੰਸਾਰੀ ਧਰਮ ਦੇ ਨਾਂ 'ਤੇ ਝੂਠ ਬੋਲਿਆ ਜਾਂਦਾ ਹੈ, ਉਹ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ ਵਾ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ।
ਮਾਣਕ ਕੀ ਟੇਕ ਬਿਰਥੀ ਜਾਣ, ਦੇਵਨ ਕੋ ਏਕੇ ਭਗਵਾਨ। ਸਤਿਗੁਰ ਸਮਝਾਉਂਦੇ ਨੇ, ਜੇ ਸਤਿਗੁਰਾਂ ਦੇ ਵਚਨਾਂ ਨੂੰ ਸੱਤ ਕਰਕੇ ਨਹੀਂ ਮੰਨਦੇ, ਮੰਨਣਾ ਹੀ ਨਹੀਂ ਹੈਗਾ। ਅਸੀਂ ਇੱਕ ਦੂਜੇ 'ਤੇ ਆਸ ਰੱਖਦੇ ਹਾਂ, ਕਿੰਨਾ ਕੁ ਚਿਰ ਨਾਲ ਆਣੇ ਦੋਸਤੀ, ਕਦੇ ਨਾ ਆਵੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੈ ਰਾਸ। ਮਾਇਆ ਦੇ ਵਿੱਚ ਜੋ ਚੱਲ ਰਿਹਾ ਵਾ ਸਭ ਉਹਦਾ ਖੇਲ ਹੈ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ ਹੈਗਾ। ਪਰ ਅਸੀਂ ਮੰਨਦੇ ਕਿਉਂ ਨਹੀਂ? ਸਾਨੂੰ ਗਿਆਨ ਨਹੀਂ। ਉਹੀ ਤਾਂ ਆਪਾਂ ਗਿਆਨ ਲੈਣ ਆਏ ਹਾਂ। ਹੁਣ ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣ, ਤੀਜੀ ਪਾਤਸ਼ਾਹ ਆਨੰਦ ਸਾਹਿਬ ਦੇ, ਜੀ ਜੰਤ ਸਭ ਤੁਧ ਪਾਏ, ਏਕ ਬੇਖ ਪਰਸਣ ਆਇਆ। ਸਤਿਗੁਰ ਸਮਝਾਉਂਦੇ ਨੇ, ਇਹ ਦਾਤਾ, ਇਹ ਜੀ ਜੰਤ, ਜੰਤ ਸਰੀਰ ਭਾਵ ਜੀ ਆਤਮਾ, ਇਹ ਤਹੀਂ ਤਾਂ ਪੈਦਾ ਕੀਤੇ ਨੇ, ਤੇਰੇ ਚਰਨ ਪਰਸਣ ਆਏ ਨੇ। ਕਿਵੇਂ ਪਰਸਾਂਗੇ ਆਪਾਂ ਨੂੰ ਤਾਂ ਗਿਆਨ ਹੀ ਨਹੀਂ ਹੈਗਾ। ਜੋ ਅਸੀਂ ਦੇਖਦੇ ਹਾਂ ਅੱਖਾਂ ਔਰ ਕੰਨਾਂ ਦਾ ਵਿਸ਼ਾ ਸਾਡਾ ਹੈ ਹੀ ਨਹੀਂ ਗਾ। ਇਹ ਨਿਰਾਕਾਰ ਦੁਨੀਆ ਦਾ ਵਿਸ਼ਾ ਜਿਹੜਾ ਹੈਗਾ ਵਾ, ਇਹ ਗੁਰ ਗਿਆਨ ਤੋਂ ਬਾਅਦ ਹੀ ਸਾਨੂੰ ਸਮਝ ਆਉਣੀ ਹੈ। ਜਿਹੜੀ ਅਸੀਂ ਅੱਖਾਂ ਔਰ ਕੰਨਾਂ ਨਾਲ ਦੇਖਦੇ ਹਾਂ ਤਾਂ ਮਾਇਆ, ਜੋ ਦਿਸੇ ਮਾਇਆ, ਜੋ ਉਪਜਿਆ ਸੋ ਬਿਨਸ ਹੈ। ਇੱਕ ਦਿਨ ਸਾਨੂੰ ਛੱਡਣਾ ਪੈਣਾ ਵਾ, ਜਾਣ ਵੇਲੇ ਫਿਰ ਸਾਨੂੰ ਬਹੁਤ ਔਖਾ ਹੋਣਾ ਵਾ। ਉਹੀ ਤਾਂ ਸੰਕਟ ਹੈ, ਉਹੀ ਤਾਂ ਔਖੀ ਘੜੀ ਹੈ। ਅਸੀਂ ਮਾਇਆ ਦੇ ਗੁਣ ਗਾਈ ਜਾਂਦੇ ਹਾਂ ਵੀ ਇਹ ਮਾਇਆ ਨਾ ਚਲੀ ਜਾਵੇ, ਐਸੀ ਘੜੀ ਨਾ ਆਏ। ਨਹੀਂ, ਸਤਿਗੁਰਾਂ ਦੇ ਵਚਨ ਨੂੰ ਆਪਾਂ ਸੱਤ ਕਰਕੇ ਮੰਨਣਾ, ਫਿਰ ਇਹ 'ਚੋਂ ਗਿਆਨ ਪੈਦਾ ਹੋ, ਫਿਰ ਸਾਨੂੰ ਪਤਾ ਲੱਗੂ ਅਸੀਂ ਇਹ ਸੰਸਾਰ 'ਚ ਕੀ ਕਰਨਾ ਹੈ, ਕਿਸ ਕਾਰਨ ਤੁਮ ਜਗ ਆਏ ਭਾਈ। ਉਹੀ ਸਤਿਗੁਰ ਸਮਝਾਉਂਦੇ ਨੇ, ਘਟ ਘਟ ਮੇ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤਹਿ ਭਜ ਮਨਾ, ਪਹੁ ਨਿਤ ਉਤਰੇ ਪਾਰ। ਉਹੀ ਸਤਿਗੁਰ ਸਮਝਾਉਂਦੇ ਨੇ, ਭਾਈ ਇਹ ਭਵ ਸਾਗਰ ਪਾਰ ਕਰਨਾ ਵਾ ਤਾਂ ਆਪਾਂ ਨੂੰ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਪਊਗਾ, ਬਾਣੀ ਨੂੰ ਸੱਤ ਕਰਕੇ ਮੰਨਣਾ। ਭਗਤ ਜੀ ਦਾ ਆਪਾਂ ਬਚਨ ਲੈ ਲੈਂਦੇ ਹਾਂ, ਨਾਮਦੇਵ ਜੀ, ਸੰਸਾਰ ਸਮੁੰਦਰ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਮੈਂ ਅਜਾਣ ਜਨ ਤਰਬੋ ਨਾ ਜਾਣ। ਪਰ ਅਸੀਂ ਕਿਵੇਂ ਜਾਣ ਲਿਆ? ਭਗਤ ਜੀ ਤਾਂ ਇਹ ਕਹਿੰਦੇ ਨੇ, ਅਸੀਂ ਤਾਂ ਆਪਦੇ ਆਪੇ ਬੜੇ ਗਿਆਨੀ ਬਣੇ ਬੈਠੇ ਹਾਂ। ਨਹੀਂ ਭਾਈ, ਐਸੀ ਗਲਤੀ ਨਹੀਂ ਕਰਨੀ, ਇਹ ਜਨਮ ਬਾਰ-ਬਾਰ ਨਹੀਂ ਮਿਲਦਾ। ਆਓ ਸਾਰੇ ਮਿਲ ਕੇ ਸਤਿਗੁਰਾਂ ਦੇ ਵਚਨ ਨੂੰ ਵਿਚਾਰੀਏ, ਇਹਨੂੰ ਸੱਤ ਕਰਕੇ ਮੰਨੀਏ, ਇਹ 'ਚੋਂ ਸਾਨੂੰ ਗਿਆਨ ਪੈਦਾ ਹੋਊਗਾ, ਫਿਰ ਮੁਕਤੀ ਮਿਲੂ, ਫਿਰ ਸਾਡੀ ਭਗਤੀ ਸ਼ੁਰੂ ਹੋਊਗੀ, ਫਿਰ ਸਾਡਾ ਸੰਸਾਰ ਤੋਂ ਛੁਟਕਾਰਾ ਹੋਊਗਾ। ਆਓ ਸਾਰੇ ਮਿਲ ਕੇ